मैं सुखबीर बादल ਨੂੰ ਅੱਜ ਇਹ ਪੁੱਛਦਾ ਵੀ ਤੂੰ ਸਾਨੂੰ ਇਹ ਦੱਸ ਦੇ ਵੀ ਸਾਡੇ ਪ੍ਰਾਤਨ ਗ੍ਰੰਥ ਕਿਹਨੂੰ ਦਿੱਤੇ ਆ ਤੇ ਕਾਹਦੇ ਲਈ ਦਿੱਤੇ ਆ ਤੇ ਕਦੋਂ ਵਾਪਸ ਆਉਣਗੇ। ਇਹਦਾ ਤੂੰ ਜਵਾਬ ਕਿਉਂ ਨਹੀਂ ਦੇ ਰਿਹਾ? ਤੇਰਾ ਬਾਪ ਕਿਉਂ ਨਹੀਂ ਜਵਾਬ ਦੇ ਰਿਹਾ? ਬੀਬੀ ਜਗੀਰ ਕੌਰ ਕਿਉਂ ਨਹੀਂ ਜਵਾਬ ਦੇ ਰਹੀ? ਮੱਕੜ ਨੇ ਕਿਉਂ ਨਹੀਂ ਦਿੱਤਾ? ਲੌਂਗੋਵਾਲ ਨੇ ਕਿਉਂ ਨਹੀਂ ਦਿੱਤਾ? ਤੇਰੇ 36 ਦੇ ਕਰੀਬ ਤੇਰੇ ਸੈਕਟਰੀ ਨੇ, ਉਹ ਕਿਉਂ ਨਹੀਂ ਦੇ ਰਹੇ? ਉਹ 'ਚ ਕੌਣ ਗੁਨਾਹਗਾਰ ਹੈ? ਸਾਡੀ ਕੌਮ ਦਾ ਇਹਨਾਂ ਪਿਓ ਪੁੱਤਾਂ ਨੇ ਬੇੜਾ ਕਰ ਕਰਕੇ ਰੱਖ ਦਿੱਤਾ। ਅਸੀਂ ਮੈਂ ਮੰਨਦਾ ਮੈਂ 2 ਜਾਂ 4 ਸਾਲ ਹੋਰ ਜ਼ਿੰਦਗੀ ਮੇਰੀ, ਪਰ ਸਾਡੀ ਬੱਚੇ ਕੀ ਕਰਨਗੇ? ਗੁਰਬਾਣੀ ਕਿਹੜੀ ਪੜ੍ਹਨਗੇ ਜਿਹੜੀ ਸੈਂਟਰ ਸਰਕਾਰ ਬਣਾਊਗੀ ਜਾਂ ਕੋਈ ਏਜੰਸੀਆਂ ਬਣਾਉਣਗੀਆਂ? 1 ਜਾਂ 2 ਜਾਂ 10 ਜਾਂ 20 ਗ੍ਰੰਥ ਚੋਰੀ ਹੋ ਸਕਦੇ ਆ, 502 ਨਹੀਂ ਹੋ ਸਕਦੇ। 502 ਹੱਥ ਲਿਖਤ ਗ੍ਰੰਥ, ਬਾਬਾ ਹਰਦਾਸ ਵਾਲੀ ਸੁਨਹਿਰੀ ਪੋਥੀ, ਲੜੀਵਾਰ ਸਰੂਪ, 263 ਸਰੂਪ ਜਿਨ੍ਹਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਚੜੀ ਹੈ, ਹੱਥ ਲਿਖਤ, 2 ਦਸਮ ਗ੍ਰੰਥ, 2 ਜਨਮ ਸਾਖੀਆਂ, 28 ਹੁਕਮਨਾਮੇ ਅਸਲ। ਕੋਰਟ ਪੁੱਛ ਰਿਹਾ, ਕੋਰਟ ਹਾਈ ਕੋਰਟ ਪੁੱਛ ਰਿਹਾ ਤੇ 2019 ਚ ਐਫੀਡੇਵਿਟ ਦੇ ਰਿਹਾ ਪ੍ਰਧਾਨ ਪ੍ਰਬੰਧਕ ਕਮੇਟੀ ਦਾ ਕਿ ਸਾਡੇ ਕੋਲ ਇਹ ਇੰਨੇ 202 ਗ੍ਰੰਥ ਆਏ ਨੇ ਤੇ ਅਸੀਂ ਲੱਭ ਰਹੇ ਹਾਂ ਕਿੱਥੇ ਕਮੇਟੀ ਬਣਾਈ ਅਸੀਂ। ਲੱਖ ਲਾਂ ਤਾਂ ਤੇਰੀ ਕਮੇਟੀ ਤੇ ਉਹਦੇ ਕਾਜ ਤੇ। ਕਿਹੜਾ ਕਾਜ ਕੀਤਾ ਤੇਰੀ ਕਮੇਟੀ ਨੇ? ਸਾਨੂੰ ਦੱਸ ਤੇ ਸਹੀ। ਮਾਫੀ ਤੁਸੀਂ ਕਿਹਦੇ ਤੋਂ ਮੰਗ ਰਹੇ ਹੋ? ਕਾਹਦੀ ਮੰਗ ਰਹੇ ਹੋ? ਕਲੀਅਰ ਤੇ ਕਰੋ। ਫਿਰ ਕੌਣ ਦੇ ਰਿਹਾ ਤੁਹਾਨੂੰ ਮਾਫੀ? ਇਹ ਤੁਹਾਡੇ ਖਰੀਦੇ ਹੋਏ ਗ੍ਰੰਥੀ ਦੇਣਗੇ? 2-4 ਦਿਨ ਚ ਟਿਕ ਜਾਣਗੇ ਇੱਥੇ ਇਸ ਦੁਨੀਆ 'ਚ? ਕੀ ਰਾਮ ਰਹੀਮ ਦੀ ਜਿਹੜੀ ਕਲੀਨ ਚਿੱਟ ਸੀ ਉਹ ਟਿਕ ਗਈ? ਉਹ ਸਿੰਘ ਸਾਹਿਬ ਟਿਕ ਗਏ? ਬਾਦਲ ਨੂੰ ਉਹਦਾ ਫਾਇਦਾ ਹੋ ਗਿਆ ਤੇ ਇਸ ਮਾਫੀ ਦਾ ਹੋ ਜਾਊਗਾ? ਇਹਨੂੰ ਕੀ ਪਤਾ ਖਾਲਸਾ ਪੰਥ ਕੌਣ ਹੁੰਦਾ? ਇਹ ਸਾਡੇ ਨਾਲ ਮਜ਼ਾਕ ਕਰ ਰਿਹਾ, ਸਾਡੇ ਤੋਂ ਸੁਣਿਆ ਨਹੀਂ ਜਾਂਦਾ। ਇਹ ਕੌਮ ਨਾਲ ਧਰੋਹ ਕਰ ਰਹੇ ਨੇ ਪਿਓ ਪੁੱਤਰ ਮਿਲ ਕੇ, ਕਿਉਂਕਿ ਇਹਨਾਂ ਦਾ ਕਬਜ਼ਾ ਅਕਾਲ ਤਖਤ ਤੇ ਪ੍ਰਬੰਧਕ ਕਮੇਟੀ ਨੇ, ਇਹਨਾਂ ਦਾ ਕਬਜ਼ਾ ਹੈ ਤੇ ਕਰਵਾਇਆ ਸੈਂਟਰ ਸਰਕਾਰ ਨੇ। ਨਹੀਂ ਤੇ ਪਿਓ ਦਾ ਪੁੱਤ ਦੱਸੇ 12 ਸਾਲ ਤੋਂ ਕਿਹੜੇ ਇਲੈਕਸ਼ਨ ਹੋਏ ਨੇ ਤੇ ਕਿੰਨੇ ਇਹਨਾਂ ਨੂੰ ਜਿੱਤ ਬਖਸ਼ੀ ਤੇ ਕਿਹੜੀਆਂ ਵੋਟਾਂ ਨਾਲ ਇਹ ਹਾਊਸ ਬਣਾ ਕੇ ਬੈਠੇ ਨੇ। ਜਿਹੜੇ ਲੋਕ ਚੁਣ ਖੜਦੇ ਨੇ, ਜਿਵੇਂ ਉਹ ਕਹਿੰਦੇ ਜ਼ਮਾਨਤਾਂ ਵੀ ਜ਼ਬਤ ਹੋਈਆਂ ਨੇ, ਤੇ ਉਹ ਲੋਕ ਸਪੋਰਟ ਕਰਦੇ ਨੇ ਅਕਾਲੀ ਦਲ ਨੂੰ। ਜਦੋਂ 85 ਸੀਟਾਂ ਤੇ ਬਾਦਲ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ, ਇਹ ਘਰ ਛੱਡ ਜਾਂਦੇ ਨੇ। ਇਹ ਇਲੈਕਸ਼ਨ ਨਹੀਂ ਲੜਦੇ। ਇਹ ਜਿਹੜੀ ਇਹ ਬਿਨਾਂ ਮਤਲਬ ਦੀ ਬਕਵਾਸ ਹੈ, ਇਹਦਾ ਕੋਈ ਅਰਥ ਨਹੀਂ ਹੈਗਾ। 20 ਵਾਰੀ ਹਾਰਿਆ, ਇਹਨੇ ਛੱਡ ਦਿੱਤੀ ਰਾਜਨੀਤੀ। ਇਹ ਕਿਉਂ ਨਹੀਂ ਛੱਡਦਾ ਸਾਡਾ ਪਿੱਛਾ? ਇਹਦੇ ਬਾਪ ਨੇ ਜਦੋਂ ਤੋਂ ਸੰਭਾਲਿਆ ਕੌਮ ਨੂੰ, ਉਦੋਂ ਬਾਅਦ 18 ਸਾਲ ਬਾਅਦ ਇੱਕ ਵਾਰੀ ਇਲੈਕਸ਼ਨ ਹੋਏ, 12 ਸਾਲ ਹੁਣ ਹੋ ਗਏ ਨੇ ਤੇ ਕਿਹੜਾ 100 ਸਾਲ ਦਾ ਇਹਦਾ ਜਿੱਤਦਾ ਰਿਹਾ ਬਾਪੂ ਇਹਦਾ? ਪ੍ਰਕਾਸ਼ ਸਿੰਘ ਬਾਦਲ ਦੀ ਸਪੋਰਟ ਤੇ ਜਿਹੜਾ ਵੀ ਆਊਗਾ ਮਰੂਗਾ। ਹੁਣ ਉਹਦੀ ਉਮਰ ਨਹੀਂ ਰਹਿਣੀ, ਉਹ ਖਤਮ ਹੋਊਗਾ। ਇਹੀ ਵਜ੍ਹਾ ਕਿ ਭਾਜਪਾ ਨੂੰ ਛੱਡ ਗਈ। ਇਹਦਾ ਪਰਛਾਵਾਂ ਵੀ ਇਹਦੇ ਨਾਲ ਨਹੀਂ ਰਹਿਣਾ। ਤੁਸੀਂ ਥੋੜੇ ਦਿਨ ਰੁਕੋ, ਅਸੀਂ 2022 ਦੇ ਇਲੈਕਸ਼ਨਾਂ ਤੋਂ ਬਾਅਦ ਇਹਨੂੰ ਸੁਖਬੀਰ ਨੂੰ ਪੁੱਛਾਂਗੇ ਤੇਰਾ ਪੰਥ ਕਿੱਥੇ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉੱਥੇ ਸਪੀਚ ਕੀਤੀ ਹੈ, ਉਸ 'ਚ ਸ਼੍ਰੋਮਣੀ ਅਕਾਲੀ ਦਲ ਲੈ ਕੇ, SGPC ਨੂੰ ਲੈ ਕੇ ਵੀ ਉੱਥੇ ਚਰਚਾ ਕੀਤੀ ਹੈ। ਉਹਨਾਂ ਨੇ ਪਹਿਲਾਂ ਇੱਕ ਉੱਥੇ ਲਾਈਨ ਬੋਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ SGPC ਕੱਲ੍ਹ ਨੂੰ ਇਹ 'ਚ ਲੋਕ ਭਰੋਸਾ ਕਰਦੇ ਨੇ, ਜੇ ਕੱਲ੍ਹ ਨੂੰ ਨਹੀਂ ਰਹੀ ਜਾਂ ਕਮਜ਼ੋਰ ਹੁੰਦੀ ਹੈ ਤਾਂ ਲੋਕ ਜਾਂ ਸਿੱਖ ਜਿਹੜੇ ਨੇ ਉਹ ਜਾ ਕੇ ਕਿਸ ਨੂੰ ਕਹਿਣਗੇ ਵੀ ਸਾਡੇ ਨਾਲ ਜਿਹੜਾ ਵਿਤਕਰਾ ਹੁੰਦਾ ਪਿਆ। ਇਹ ਹਿਸਟਰੀ ਜਿਹੜੀ ਹੈ ਇਸ ਬੰਦੇ ਨੂੰ ਜਾਣ ਲੈਣੀ ਚਾਹੀਦੀ ਆ ਕਿ ਕਦੀ ਵੀ ਸੰਸਥਾ ਕਮਜ਼ੋਰ ਨਹੀਂ ਹੁੰਦੀ। ਜੇ ਅਕਾਲ ਤਖਤ ਤੇ ਕਬਜ਼ਾ ਤੇਰੇ ਕੁੜਮਾਂ ਦਾ, ਤੇਰੇ ਸਹੁਰਿਆਂ ਦਾ, ਮਜੀਠੀਏ ਪਰਿਵਾਰ ਦਾ, ਤੇ ਉਹ ਜਨਰਲ ਡਾਇਰ ਨੂੰ ਸਰੋਪਾ ਦੇ ਦੇਣ ਜਲਿਆਂਵਾਲੇ ਬਾਗ ਦੀ ਕਰਤੂਤ ਦਾ, ਇਹਦਾ ਮਤਲਬ ਅਕਾਲ ਤਖਤ ਕਮਜ਼ੋਰ ਹੋ ਗਿਆ। SGPC ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਾਕਤਾਂ ਕਮਜ਼ੋਰ ਕਰਦੀਆਂ ਨੇ। ਕਿ ਲੱਗਦਾ ਵੀ SGPC ਨੂੰ ਕੋਈ ਕਮਜ਼ੋਰ ਕਰ ਸਕਦਾ? ਕਿਹੜੀਆਂ ਤਾਕਤਾਂ ਨੇ ਜਿਹੜੀਆਂ ਕਮਜ਼ੋਰ ਕਰਦੀਆਂ ਨੇ? ਇਹ ਸੁਖਬੀਰ ਬਾਦਲ ਜੋ ਉਹਦੇ ਬਾਪ ਦੇ ਮੂੰਹ 'ਚ ਘੁੰਗਣੀਆਂ ਪਈਆਂ, ਨਾਂ ਕਿਉਂ ਨਹੀਂ ਲੈਂਦੇ ਉਹਦਾ? ਜਿਹੜੀ ਤਾਕਤ ਕਮਜ਼ੋਰ ਕਰ ਰਹੀ ਉਹਦਾ ਨਾਂ ਲੈਣ। ਤੇ ਨਹੀਂ ਤੇ ਇਹ ਕੰਧ ਤੇ ਲਿਖਿਆ ਪੜ੍ਹਨ ਤੇ ਵਿਚਾਰਨ ਤੇ ਇਹ ਖਹਿੜਾ ਛੱਡਣ ਸਿੱਖ ਪੰਥ ਦਾ, ਤਾਂ ਕਿ ਅਸੀਂ ਪਲਟ ਸਕੀਏ, ਅਸੀਂ ਪ੍ਰਫੁੱਲਤ ਹੋ ਸਕੀਏ। ਜਿਹੜਾ ਜੋ ਕੁਝ ਵੀ ਕੌਮ ਦਾ ਨੁਕਸਾਨ ਹੋਇਆ ਇਹਨਾਂ ਪਿਓ ਪੁੱਤਾਂ ਨੇ ਕੀਤਾ। ਉਹ ਤਾਂ ਇਹ ਵੀ ਕਹਿੰਦੇ ਨੇ ਵੀ ਕੋਈ ਜੇ ਸਿੱਖ ਹੈਗਾ ਉਹ ਕਿਸ ਨੂੰ ਜਾ ਕੇ ਸ਼ਿਕਾਇਤ ਕਰੇਗਾ? ਜੇ SGPC ਸ਼੍ਰੋਮਣੀ ਅਕਾਲੀ ਦਲ ਨੂੰ ਕੱਲ੍ਹ ਕਮਜ਼ੋਰ ਹੁੰਦੀ ਦਿਖਦੀ ਹੈ, ਸਿੱਖ ਕਿਸ ਨੂੰ ਸ਼ਿਕਾਇਤ ਕਰੂਗਾ? ਕੇਜਰੀਵਾਲ ਨੂੰ ਕਰੂਗਾ, ਮੋਦੀ ਨੂੰ ਕਰੂਗਾ, ਅਮਿਤ ਸ਼ਾਹ ਨੂੰ ਕਰੂਗਾ, ਤੇ ਕਿਸ ਕੋ ਸਿੱਖ ਜਾਊਗਾ? ਸਿੱਖ ਪੰਥ ਨੂੰ ਦਸਮ ਪਾਤਸ਼ਾਹ ਨੇ ਬਾਦਲ ਪਰਿਵਾਰ ਦੇ ਲੜ ਨਹੀਂ ਲਾਇਆ। ਸਿੱਖ ਪੰਥ ਦੀ ਆਪਣੀ ਹਸਤੀ ਆ। ਸਿੱਖ ਪੰਥ ਦੇ ਵਿੱਚ ਇੱਕ ਤੋਂ ਇੱਕ ਚੜ੍ਹੰਦੀਆਂ, ਕੌਣ ਜਾਣੇ ਮੇਰਾ ਨਾਮ ਜੀ। ਇੱਕ ਤੋਂ ਇੱਕ ਪਰਵਾਨੇ ਆਏ ਨੇ, ਸ਼ਮਾ ਤੇ ਸੜਨ ਵਾਲੇ। ਇਹ ਇੱਕ ਤੋਂ ਇੱਕ ਚਾਪਲੂਸ, ਠੱਗ ਤੇ ਕੌਮ ਨਾਲ ਧਰੋਹ ਕਰਨ ਵਾਲਾ ਜਿਹੜਾ ਇਹਨਾਂ ਦਾ ਟੋਲੇ ਦੇ ਵਿੱਚ ਰਲਿਆ ਹੋਇਆ, ਇਹਨਾਂ ਕੋਲ ਜਾਵਾਂਗੇ ਅਸੀਂ? ਕੌਮ ਇਹਨਾਂ ਕੋਲ ਜਾਊਗੀ ਤਾਂ ਹੀ ਸਾਡਾ ਇਹ ਮੰਦਾ ਹਾਲ ਹੈ।
ਐਸਜੀਪੀਸੀ ਵੱਲੋਂ 100 ਸਾਲ ਹੋ ਗਏ ਉਸ ਦੀ ਸ਼ਤਾਬਦੀ ਮਨਾਈ ਗਈ ਹੈ ਔਰ ਇੱਕ ਧਾਰਮਿਕ ਪ੍ਰੋਗਰਾਮ ਦੇ ਵਿੱਚ ਜਿਸ ਤਰੀਕੇ ਨਾਲ ਸ਼ਿਕ ਕੀਤੀ ਗਈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਟੇਜ ਤੋਂ ਉਹਨਾਂ ਨੇ ਸਪੀਚ ਵੀ ਦਿੱਤੀ। ਸਪੀਚ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਹੁਣ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਹੁਣ ਸਭ ਤੋਂ ਅਹਿਮ ਸਵਾਲ ਹੈ ਕਿ ਜੇ ਸ਼ਤਾਬਦੀ ਮਨਾਈ ਗਈ ਹੈ ਕਿ ਵਾਕਈ ਉੱਥੇ ਵੀ ਸਿਆਸਤ ਦਾ ਰੰਗ ਦੇਖਣ ਨੂੰ ਮਿਲਿਆ, ਤਾਂ ਦੂਸਰੇ ਪਾਸੇ ਕੁਝ ਉਹਨਾਂ ਨੇ ਗੱਲਾਂ ਕਹੀਆਂ ਐਸਜੀਪੀਸੀ ਨੂੰ ਲੈ ਕੇ, ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ, ਸਿੱਖਾਂ ਨੂੰ ਲੈ ਕੇ, ਪੰਥ ਨੂੰ ਲੈ ਕੇ, ਕਿ ਵਾਕਈ ਉਹ ਗੱਲਾਂ ਸਹੀ ਢੁਕਦੀਆਂ ਨੇ ਕਿਉਂਕਿ ਸਮੇਂ-ਸਮੇਂ ਦੇ ਉੱਤੇ ਇਹ ਚੀਜ਼ਾਂ ਨੂੰ ਲੈ ਕੇ ਲਗਾਤਾਰ ਹੀ ਸਿਆਸਤ ਚੱਲਦੀ ਆਉਂਦੀ ਹੈ। ਤਾਂ ਸਾਡੇ ਨਾਲ ਮੌਜੂਦ ਨੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਉਹ ਸ਼ੁਰੂਆਤ ਕਰਾਂਗੇ 100 ਸਾਲਾਂ ਦੀ ਐਸਜੀਪੀਸੀ ਦੀ ਸ਼ਤਾਬਦੀ ਤੋਂ ਕਿ ਉਹ ਸ਼ਤਾਬਦੀ ਮਨਾਉਣ ਦੇ ਮੁੱਖ ਕਾਰਨ ਕੀ ਸਨ। ਉਹ ਸਭ ਤੋਂ ਅਹਿਮ ਸਵਾਲ ਹੈ ਜਦੋਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਨੇ ਕਿ ਵਾਕਈ ਸਿਆਸਤ ਦੇ ਰੰਗ ਵੀ ਹੋਣੇ ਜ਼ਰੂਰੀ ਨੇ ਜਾਂ ਲਾਜ਼ਮੀ ਹੁੰਦੇ ਨੇ। ਸਾਡੇ ਨਾਲ ਮੌਜੂਦ ਨੇ ਜਥੇਦਾਰ ਭਾਈ ਰਣਜੀਤ ਸਿੰਘ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਜਥੇਦਾਰ ਸਾਹਿਬ, ਭਾਈ ਖਾਲਸਾ ਭਾਈ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। 100 ਸਾਲਾ ਸ਼ਤਾਬਦੀ ਮਨਾਈ ਗਈ ਹੈ। ਸਟੇਟਮੈਂਟ ਦੇਖ ਲਈਏ, ਬਿਆਨ ਦੇਖ ਲਈਏ, ਅਲੱਗ-ਅਲੱਗ ਤਰੀਕੇ ਨਾਲ ਲੋਕਾਂ ਨੇ ਉਸ ਨੂੰ ਬੋਲਿਆ, ਉਸ ਉੱਪਰ ਜਾ ਕੇ ਕਮੈਂਟ ਕਰਦੇ ਨੇ। ਮੇਰਾ ਸਵਾਲ ਇੱਕ ਇਹੀ ਹੈ ਕਿ 100 ਸਾਲ ਸ਼ਤਾਬਦੀ ਮਨਾਈ ਗਈ ਹੈ ਕਿ ਵਾਕਈ ਲੱਗਦਾ ਵੀ ਉਸ ਉੱਪਰ ਵੀ ਸਿਆਸਤ ਦਾ ਰੰਗ ਚੜਿਆ ਜਾਂ ਸਿਆਸਤ ਜਿਸ ਤਰੀਕੇ ਨਾਲ ਬਿਆਨਬਾਜ਼ੀ ਹੋਈ ਉਹ ਠੀਕ ਸੀ, ਜਾਂ 100 ਸਾਲਾ ਸ਼ਤਾਬਦੀ ਨੂੰ ਲੈ ਕੇ ਜੇ ਤੁਹਾਡੇ ਵਿਚਾਰ ਜਾਣੇ ਹੁੰਦੇ ਦੱਸ ਸਕਦੇ ਹੋ। ਸ਼ਤਾਬਦੀ ਮਨਾਏ ਨੇ, ਸ਼ਤਾਬਦੀਆਂ ਦਾ ਭੋਗ ਪਾਇਆ। ਜਿਹੜੀਆਂ ਸ਼ਤਾਬਦੀਆਂ ਸਾਡੇ ਤੇ ਆਈਆਂ 99 ਦੀ, 300 ਸਾਲਾ, 350 ਸਾਲਾ ਦਸਮ ਪਾਤਸ਼ਾਹ ਦੀ, ਬੰਦਾ ਸਿੰਘ ਬਹਾਦਰ ਦੀ 300 ਸਾਲਾ, ਸਾਹਿਬਜ਼ਾਦਿਆਂ ਦੀ 300 ਸਾਲਾ ਸ਼ਹਾਦਤ, ਗੁਰੂ ਅਰਜਨ ਦੇਵ ਜੀ ਦੀ 400 ਸਾਲਾ ਸ਼ਹਾਦਤ, ਗੁਰੂ ਅੰਗਦ ਦੇਵ ਜੀ ਦਾ ਜਨਮ ਸ਼ਤਾਬਦੀ 500 ਸਾਲਾ, ਗੁਰੂ ਨਾਨਕ ਦੇਵ ਜੀ ਦੀ 550 ਸਾਲਾ। ਇਹਨਾਂ ਸ਼ਤਾਬਦੀਆਂ ਦਾ ਭੋਗ ਪਾਇਆ ਇਸ ਬੰਦੇ ਨੇ। ਸ਼ਤਾਬਦੀ ਨਹੀਂ ਬਣਾਈ। ਸ਼ਤਾਬਦੀ ਇਸ ਤਰ੍ਹਾਂ ਬਣਾਈ ਜਾਂਦੀ ਹੈ ਜਿਸ ਤਰ੍ਹਾਂ ਛੋਟਾ ਜਿਹਾ ਦੀਵਾਨ ਲੱਗਾ ਹੋਵੇ। ਸ਼ਤਾਬਦੀ ਕੌਮ ਦੀ, ਸਿੱਖ ਕੌਮ ਦੀ ਸ਼ਤਾਬਦੀ ਹੋਵੇ ਤੇ ਉੱਥੇ ਸਾਡੀ ਕੌਮ 'ਚ ਵਿਆਹ ਵਰਗਾ ਮਾਹੌਲ ਹੋਣਾ ਚਾਹੀਦਾ। ਇੱਥੇ ਸਿਵਿਆਂ ਤੇ ਕਬਰਾਂ ਵਾਲੀ ਚੁੱਪ ਹੈ। ਇਹ ਸ਼ਤਾਬਦੀ ਨਹੀਂ ਬਣਾਈ, ਸ਼ਤਾਬਦੀ ਦਾ ਭੋਗ ਪਾਇਆ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉੱਥੇ ਸਪੀਚ ਕੀਤੀ ਹੈ, ਉਸ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ, ਐਸਜੀਪੀਸੀ ਨੂੰ ਲੈ ਕੇ ਵੀ ਉੱਥੇ ਚਰਚਾ ਕੀਤੀ ਹੈ। ਉਹਨਾਂ ਨੇ ਇੱਕ ਹੋਰ ਵੀ ਵਿੱਚੋਂ ਤੁਹਾਨੂੰ ਮੈਂ ਇਹ ਇੱਕ ਇੱਕ ਕਰਕੇ ਦੱਸੂਗਾ। ਉਹਨਾਂ ਨੇ ਪਹਿਲਾਂ ਇੱਕ ਉੱਥੇ ਲਾਈਨ ਬੋਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਕੱਲ੍ਹ ਨੂੰ ਇਹ 'ਚ ਲੋਕ ਭਰੋਸਾ ਕਰਦੇ ਨੇ, ਜੇ ਕੱਲ੍ਹ ਨੂੰ ਨਹੀਂ ਰਹੀ ਜਾਂ ਕਮਜ਼ੋਰ ਹੁੰਦੀ ਹੈ ਤਾਂ ਲੋਕ ਜਾਂ ਸਿੱਖ ਜਿਹੜੇ ਨੇ ਉਹ ਜਾ ਕੇ ਕਿਸ ਨੂੰ ਕਹਿਣਗੇ ਵੀ ਸਾਡੇ ਨਾਲ ਜਿਹੜਾ ਵਿਤਕਰਾ ਹੁੰਦਾ ਪਿਆ। ਸੰਸਥਾ ਕਦੀ ਆਪਣੇ ਆਪ 'ਚ ਆਪ ਕਮਜ਼ੋਰ ਨਹੀਂ ਹੁੰਦੀ, ਉਹਨੂੰ ਕੀਤਾ ਜਾਂਦਾ ਹੈ, ਉਹਦੇ ਸੰਚਾਲਕ ਕਰਦੇ ਨੇ। ਜੇ ਕਦੀ ਹਰਿਮੰਦਰ ਸਾਹਿਬ ਦੇ ਵਿੱਚ ਮੱਸਾ ਰੰਗੜ ਦਾ ਮੰਜਾ ਡਹਿ ਜਾਵੇ, ਹੁੱਕਾ ਪੀਣ ਲੱਗ ਪਏ, ਤੇ ਹਰਿਮੰਦਰ ਸਾਹਿਬ ਕਮਜ਼ੋਰ ਨਹੀਂ ਹੁੰਦਾ। ਸਾਡੀ ਕੌਮ ਕਮਜ਼ੋਰ ਹੁੰਦੀ ਹੈ, ਸਾਡੀ ਲੀਡਰਸ਼ਿਪ ਕਮਜ਼ੋਰ ਹੁੰਦੀ ਹੈ। ਉਸ ਲੀਡਰਸ਼ਿਪ ਨੇ ਉਹਨੂੰ ਦੱਸਿਆ ਕਿ ਤੇਰਾ ਮੰਜਾ ਡਾਉਣ ਦੀ ਕੀਮਤ ਇਹ ਆ, ਤੇ ਉਹਨੂੰ ਕੱਢਿਆ ਉੱਥੋਂ। ਉਹਨੂੰ ਜਿਹੜਾ ਕੱਢਿਆ ਉਹਦੀ ਹਿਸਟਰੀ ਹੈ। ਇਹ ਹਿਸਟਰੀ ਜਿਹੜੀ ਹੈ ਇਸ ਬੰਦੇ ਨੂੰ ਜਾਣ ਲੈਣੀ ਚਾਹੀਦੀ ਆ ਕਿ ਕਦੀ ਵੀ ਸੰਸਥਾ ਕਮਜ਼ੋਰ ਨਹੀਂ ਹੁੰਦੀ। ਜੇ ਅਕਾਲ ਤਖਤ ਤੇ ਕਬਜ਼ਾ ਤੇਰੇ ਕੁੜਮਾਂ ਦਾ, ਤੇਰੇ ਸਹੁਰਿਆਂ ਦਾ, ਮਜੀਠੀਏ ਪਰਿਵਾਰ ਦਾ, ਤੇ ਉਹ ਜਨਰਲ ਡਾਇਰ ਨੂੰ ਸਰੋਪਾ ਦੇ ਦੇਣ ਜਲਿਆਂਵਾਲੇ ਬਾਗ ਦੀ ਕਰਤੂਤ ਦਾ, ਤੇ ਇਹਦਾ ਮਤਲਬ ਅਕਾਲ ਤਖਤ ਕਮਜ਼ੋਰ ਹੋ ਗਿਆ। ਉਹ ਅਕਾਲ ਤਖਤ ਆਪਣੀ ਥਾਂ ਤੇ ਆ ਪਿਆ, ਲੇਕਿਨ ਜਿਹੜੇ ਉਹਦੇ ਸੰਚਾਲਕ, ਜਿਹੜੇ ਉੱਤੇ ਕਾਬਜ਼ ਲੋਕ ਹੁੰਦੇ, ਉਹ ਜ਼ਿੰਮੇਵਾਰ ਤੇ ਜਵਾਬਦੇ ਹੁੰਦੇ ਆ, ਤੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਗੱਲਾਂ ਕਰਦਿਆਂ। ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਨੂੰ ਫੋਨ ਕਰਦੇ ਨੇ ਸਿੱਖ ਬਾਹਰੋਂ, ਪੱਗ ਦਾ ਮਸਲਾ ਹੋਵੇ ਜਾਂ ਹੋਰ ਮਸਲੇ ਹੋਣ। ਖੁਦ ਉਹਨਾਂ ਨੇ ਕਿਹਾ ਫਰਾਂਸ ਕੈਨੇਡਾ 'ਚ ਫੋਨ ਆਉਂਦੇ ਨੇ ਵੀ ਸਾਡੇ ਮਸਲੇ ਚੱਕੋ। ਲੱਗਦਾ ਵੀ ਐਸਜੀਪੀਸੀ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਫੋਨ ਆਉਂਦੇ ਹੋਣਗੇ ਇਸ ਚੀਜ਼ ਨੂੰ ਚੁੱਕਣ ਵਾਸਤੇ। ਮੁੱਖ ਦੀ ਗੱਲ ਤਾਂ ਇਹ ਹੈ ਕਿ 84 ਤੋਂ ਬਾਅਦ 15 ਸਾਲ ਲਗਾਤਾਰ ਸੁਖਬੀਰ ਬਾਦਲ ਦੇ ਬਾਪ ਦੀ ਜੋ ਸਰਕਾਰ ਰਹੀ ਹੈ, ਇਹ ਸਾਨੂੰ ਇਹ ਦੱਸਣ ਇਹਨਾਂ ਮਸਲਾ ਹੱਲ ਕਿਹੜਾ ਕੀਤਾ। ਜਿਹੜਾ ਧਰਮਯੋਧ ਮੋਰਚਾ ਲੱਗਾ 45 ਮੰਗਾਂ, ਉਹਨਾਂ ਚੋਂ ਇੱਕ ਮੰਗ ਮਨਵਾਈ ਇਹਨਾਂ ਨੇ। 15 ਸਾਲ ਇਹਨਾਂ ਦੀ ਭਾਈਵਾਲ ਸਰਕਾਰ ਸੈਂਟਰ 'ਚ ਰਾਜ ਕਰਦੀ ਰਹੀ। ਕਿਸੇ 84 ਦੇ ਕਾਤਲ ਨੂੰ ਸਜ਼ਾ ਦਵਾਈ, ਕਿਤੇ 45 ਮੰਗਾਂ 'ਚੋਂ ਇੱਕ ਵੀ ਮੰਗ ਜਿਹੜੀ ਪੰਜਾਬ ਲਈ ਮਨਾਉਣੀ ਦੂਰ ਰਹੀ। ਜਿਹੜੀ ਉਹਨਾਂ 'ਚੋਂ ਪ੍ਰੋਬਲਮ ਕ੍ਰੀਏਟ ਹੋਈਆਂ, ਦਇਆ ਸਿੰਘ ਲਾਹੌਰੀਏ ਵਰਗੇ 30 ਸਾਲ ਤੋਂ ਜੇਲ੍ਹ ਬੈਠੇ ਨੇ, ਦਵਿੰਦਰ ਸਿੰਘ ਭੁੱਲਰ ਵਰਗੇ ਬੈਠੇ ਨੇ, ਹੋਰ ਵੀ ਨੌਜਵਾਨ ਜਿਹੜੇ ਬੁੱਢੇ ਹੋ ਗਏ ਨੇ, ਉਹਨਾਂ ਨੂੰ ਛਡਾਇਆ ਸਿਰਫ ਇਹਨੇ ਜਿਹੜਾ ਕੀਤਾ, ਜੋ ਕੁਛ 15 ਸਾਲ 'ਚ ਕੀਤਾ, ਸੁਖਬੀਰ ਬਾਦਲ ਨੇ ਇੱਕ ਗਰੀਬ ਸਿੱਖ ਬੱਚੇ ਦੇ ਕਾਤਲਾਂ ਨੂੰ, ਜਿਹੜੇ ਯੂਪੀ ਦੇ ਪੁਲਿਸਮੈਨ ਸੀਗੇ, ਉਹ ਪੁਲਿਸਮੈਨ 4 ਸੀਗੇ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ CBI ਕਰਵਾ ਰਹੀ ਹੈ, ਤੇ ਸੁਖਬੀਰ ਬਾਦਲ ਐਜ਼ ਡਿਪਟੀ CM ਉਹਨਾਂ ਨੂੰ
ਉਹਨਾਂ ਦਾ ਰਿਕਾਰਡ ਬਣਾ ਕੇ ਤੇ ਗਵਰਨਰ ਕੋਲ ਪੇਸ਼ ਕਰ ਰਿਹਾ ਕਿ ਇਹਨਾਂ ਨੂੰ ਦੇਸ਼ ਦੇ ਵੱਡੇ ਹਿੱਤਾਂ ਲਈ ਛੱਡ ਦਿੱਤਾ ਜਾਵੇ। ਉਮਰ ਕੈਦੀਆਂ ਨੂੰ 4 ਮਹੀਨਿਆਂ 'ਚ ਇਸ ਬੰਦੇ ਨੇ ਛਡਾਇਆ। ਇਹ ਇਹਨੇ ਕਾਰਜ ਜ਼ਰੂਰ ਕੀਤਾ। ਇੱਕ ਇਹਨੇ ਕਾਰਜ ਕੀਤਾ ਕਿ ਸਿੱਖਾਂ ਦੇ ਕਾਤਲ ਜਿਹੜੇ ਸੀਗੇ, ਸੈਣੀ ਵਰਗੇ, ਸੁਮੇਧ ਸੈਣੀ ਵਰਗੇ, ਅਜ਼ਹਾਰ ਆਲਮ ਵਰਗੇ, ਉਹਨਾਂ ਨੂੰ ਆਪਣੀ ਗੋਦੀ 'ਚ ਬਿਠਾਇਆ। ਇਹਦੇ ਪਿਓ ਨੇ ਸ਼ਰਨਦਾਤਾ ਬਣਿਆ, ਉਹਨਾਂ ਨੂੰ DGP ਬਣਾਇਆ, ਉਹਨਾਂ ਨੂੰ ਜਰਨੈਲ ਬਣਾਇਆ ਤਾਂ ਕਿ ਤੁਸੀਂ ਬਰਗਾੜੀ 'ਚ ਖੂਨ ਖਰਾਬਾ ਕਰਕੇ ਇੱਕ ਹੋਰ ਜਲਿਆਂਵਾਲੇ ਦਾ ਇਤਿਹਾਸ ਸਿਰਜੋ। ਇਹ ਕਰਤੂਤ ਇਹਨੇ ਕੀਤੀ ਆ, ਸੇਵਾ ਕੋਈ ਨਹੀਂ ਕੀਤੀ। ਇਹ ਖੁਦ ਵੀ ਉਹਨਾਂ ਨੇ ਸਵਾਲ ਕੀਤਾ ਕਿ SGPC ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਾਕਤਾਂ ਕਮਜ਼ੋਰ ਕਰ ਰਹੀਆਂ ਨੇ, ਕਿ ਲੱਗਦਾ ਵੀ SGPC ਨੂੰ ਕੋਈ ਕਮਜ਼ੋਰ ਕਰ ਸਕਦਾ? ਕਿਹੜੀਆਂ ਤਾਕਤਾਂ ਨੇ ਜਿਹੜੀਆਂ ਕਮਜ਼ੋਰ ਕਰ ਰਹੀਆਂ ਨੇ? ਇਹ ਸੁਖਵੀਰ ਬਾਦਲ ਜੋ ਉਹਦੇ ਬਾਪ ਦੇ ਮੂੰਹ 'ਚ ਘੁੰਗਣੀਆਂ ਪਈਆਂ, ਨਾਂ ਕਿਉਂ ਨਹੀਂ ਲੈਂਦੇ ਉਹਦਾ? ਜਿਹੜੀ ਤਾਕਤ ਕਮਜ਼ੋਰ ਕਰ ਰਹੀ ਉਹਦਾ ਨਾਂ ਲੈਣ। ਤੇ ਨਹੀਂ ਤੇ ਇਹ ਕੰਧ ਤੇ ਲਿਖਿਆ ਪੜਨ ਤੇ ਵਿਚਾਰਨ ਤੇ ਇਹ ਖਹਿੜਾ ਛੱਡਣ ਸਿੱਖ ਪੰਥ ਦਾ, ਤਾਂ ਕਿ ਅਸੀਂ ਪੱਲਰ ਸਕੀਏ, ਅਸੀਂ ਪ੍ਰਫੁੱਲਤ ਹੋ ਸਕੀਏ। ਜਿਹੜਾ ਜੋ ਕੁਝ ਵੀ ਕੌਮ ਦਾ ਨੁਕਸਾਨ ਹੋਇਆ ਇਹਨਾਂ ਪਿਓ ਪੁੱਤਾਂ ਨੇ ਕੀਤਾ ਤੇ ਇਹਨਾਂ ਨੂੰ ਸਵੀਕਾਰ ਕਰ ਲੈਣਾ ਚਾਹੀਦਾ। ਇਹ ਬਾਰ-ਬਾਰ ਕਹਿੰਦਾ ਕਿ ਅਸੀਂ ਮਾਫੀ ਵੀ ਮੰਗ ਲਈ ਸੀ। ਮਾਫੀ ਕਿਉਂ ਮੰਗੀ? ਜੇ ਤੁਹਾਡੀ ਕਰਤੂਤ ਮਾੜੀ ਸੀ, ਕਰਮ ਮਾੜਾ ਸੀ, ਤਾਂ ਮਾਫੀ ਮੰਗ ਲਈ। ਕੀ ਤੋਂ ਮੰਗੀ ਤੇ ਦਿੱਤੀ ਕਿਹਨੇ? ਜਵਾਬ ਦਿਓ। ਤੇ ਮੈਂ ਤੁਹਾਡੇ ਪਹਿਲੇ ਦਾ ਸਵਾਲ ਤੇ ਆਨਾ, ਉਹ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ, ਉਹ ਤਾਂ ਇਹ ਵੀ ਕਹਿੰਦੇ ਨੇ ਵੀ ਕੋਈ ਜੇ ਸਿੱਖ ਹੈਗਾ ਉਹ ਕਿਸ ਨੂੰ ਜਾ ਕੇ ਸ਼ਿਕਾਇਤ ਕਰੇਗਾ? ਜੇ SGPC ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਕੱਲ ਕਮਜ਼ੋਰ ਹੁੰਦੀ ਦਿਖਦੀ ਹੈ, ਸਿੱਖ ਕਿਸ ਨੂੰ ਸ਼ਿਕਾਇਤ ਕਰੂਗਾ? ਕੇਜਰੀਵਾਲ ਨੂੰ ਕਰੂਗਾ, ਮੋਦੀ ਨੂੰ ਕਰੂਗਾ, ਅਮਿਤ ਸ਼ਾਹ ਨੂੰ ਕਰੂਗਾ? ਫਿਰ ਕਿਸ ਕੋ ਸਿੱਖ ਜਾਊਗਾ? ਸਿੱਖ ਪੰਥ ਨੂੰ ਦਸਮ ਪਾਤਸ਼ਾਹ ਨੇ ਬਾਦਲ ਪਰਿਵਾਰ ਦੇ ਲੜ ਨਹੀਂ ਲਾਇਆ। ਸਿੱਖ ਪੰਥ ਦੀ ਆਪਣੀ ਹਸਤੀ ਆ। ਸਿੱਖ ਪੰਥ ਦੇ ਵਿੱਚ ਇੱਕ ਤੋਂ ਇੱਕ ਝੜੰਦੀਆਂ, ਕੌਣ ਜਾਣੇ ਮੇਰਾ ਨਾਮ ਜੀਓ। ਇੱਕ ਤੋਂ ਇੱਕ ਪਰਵਾਨੇ ਆਏ ਨੇ, ਸ਼ਮਾ ਤੇ ਸੜਨ ਵਾਲੇ। ਇਹ ਇੱਕ ਤੋਂ ਇੱਕ ਚਾਪਲੂਸ, ਠੱਗ ਤੇ ਕੌਮ ਨਾਲ ਧਰੋਹ ਕਰਨ ਵਾਲਾ ਜਿਹੜਾ ਇਹਨਾਂ ਦਾ ਟੋਲੇ ਦੇ ਵਿੱਚ ਰਲਿਆ ਹੋਇਆ, ਇਹਨਾਂ ਕੋਲ ਜਾਵਾਂਗੇ ਅਸੀਂ? ਕੌਮ ਇਹਨਾਂ ਕੋਲ ਜਾਊਗੀ ਤਾਂ ਹੀ ਸਾਡਾ ਇਹ ਮੰਦਾ ਹਾਲ ਹੈ। ਕਦੀ ਕੋਈ ਸੋਚ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ 13 ਸੀਟਾਂ ਤੇ ਸਿਮਟ ਜਾਊਗਾ ਸ਼੍ਰੋਮਣੀ ਅਕਾਲੀ ਦਲ? ਇਹਨਾਂ ਪਿਓ ਪੁੱਤਾਂ ਦੀਆਂ ਦੇਣਾ ਨੇ, ਇਹ ਮਿਹਰਬਾਨੀਆਂ ਨੇ। ਜਦੋਂ ਤੁਹਾਡੀ ਲੀਡਰਸ਼ਿਪ ਦੇ ਵਿੱਚ 4 ਵਾਰੀ ਤੁਸੀਂ ਹਾਰ ਚੁੱਕੇ ਹੋ ਤੇ ਤੁਹਾਨੂੰ ਅਜੇ ਤੱਕ ਨਹੀਂ ਸਮਝ ਆਉਂਦੀ ਕੌਣ ਹਰਾਉਣ ਡਿਆ ਤੁਹਾਨੂੰ? ਵਜ੍ਹਾ ਕੀ ਹੈ? ਗੁਰੂ ਘਰ ਦਾ ਖਹਿੜਾ ਛੱਡੋ, ਕੌਮ ਦਾ ਖਹਿੜਾ ਛੱਡੋ, ਆਪਣਾ ਬਿਜ਼ਨਸ ਕਰੋ, ਬੱਸਾਂ ਚਲਾਓ, ਚਿੱਟਾ ਵੇਚੋ, ਜੋ ਮਰਜ਼ੀ ਕਰੋ, ਕੌਮ ਦਾ ਖਹਿੜਾ ਛੱਡੋ, ਤਾਂ ਸਾਡਾ ਭਲਾ ਹੋਣਾ। ਉਹ ਤਾਂ ਕਹਿੰਦੇ ਨੇ ਵੀ ਸੋਨੀਆ ਗਾਂਧੀ ਦੀ ਗੱਲ ਕੀਤੀ ਆ, ਉਸ ਕੋਲ ਜਾਣਗੇ ਸਿੱਖ ਜੇ ਕੋਈ ਕੱਲ ਨੂੰ ਮਸਲਾ ਹੱਲ ਕਰਾਉਣਾ। ਫਿਰ ਉਹ ਵੀ ਤੇ ਨਾਲ ਵੀ ਚਰਚਾ ਚੱਲ ਪਈ, 84 ਦੀ ਵੀ ਚਰਚਾ ਚੱਲਦੀ, ਉਹ ਵੀ ਇਹ ਚੀਜ਼ਾਂ ਆ ਕੇ ਕਹਿੰਦੇ ਨੇ। ਹੋ ਸਕਦਾ ਬਾਦਲ ਦਾ ਪਰਿਵਾਰ ਕੱਲ ਨੂੰ ਸਿੱਖਾਂ ਕੋਲ ਹੀ ਆਵੇ ਕਿ ਮੇਰੀ ਸਹਾਇਤਾ ਕਰੋ, ਮੈਂ ਡੁੱਬ ਗਿਆ। ਇਹ ਕੱਲ ਦੀ ਕਿਹੜੀ ਗੱਲ ਦਾ ਅਸੀਂ ਗਾਰੰਟੀ ਦੇ ਸਕਦੇ? ਅੱਛਾ ਭਾਈ ਸਾਹਿਬ, ਇੱਕ ਹੋਰ ਬੜਾ ਸਵਾਲ ਹੈ ਮੈਂ ਕਿ ਜਦੋਂ ਸੋਨੀਆ ਗਾਂਧੀ ਨਹੀਂ ਸੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਨਹੀਂ ਸੀ, ਜਦੋਂ ਉਹਦਾ ਪੁੱਤਰ ਨਹੀਂ ਸੀ, ਉਦੋਂ ਵੀ ਸਿੱਖਾਂ ਦੇ ਕੰਮ ਚੱਲਦੇ ਸੀ, ਉਦੋਂ ਵੀ ਮਸਲੇ ਹੱਲ ਹੁੰਦੇ ਸੀ, ਉਦੋਂ ਵੀ ਰਾਜ ਕਰਦੇ ਸੀ ਤੇ ਕਿਤੇ ਹੇਠੀ ਨਹੀਂ ਹੋਣ ਦਿੱਤੀ ਕੌਮ ਦੀ। ਇਸ ਬੰਦੇ ਨੇ ਗੁਰੂ ਘਰ ਦੀ ਜਿਹੜੀ ਬੇਅਦਬੀ ਕਰਵਾਈ ਆ, ਜਿਹੜੀ ਕੌਮ ਦੀ ਇੱਜ਼ਤ ਰੋਲੀ ਆ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਰ-ਬਾਰ ਬੇਅਦਬੀ, ਲੀਡਿੰਗ ਜਿਹੜੇ ਸੀਰੀਅਲ ਕਾਂਡ ਹੋਏ ਨੇ, ਉਹਦੇ ਲਈ ਇਹ ਪਰਿਵਾਰ ਦੋਸ਼ੀ ਹੈ। ਉਹ ਤਾਂ ਮਾਫੀ ਮੰਗਦੇ ਨੇ, ਉਹ ਤਾਂ ਹੁਣ ਵੀ ਸਪੀਚ 'ਚ ਕਹਿੰਦੇ ਨੇ ਵੀ ਅਕਾਲੀ ਦਲ ਵੇਲੇ ਬੇਅਦਬੀ ਹੋਈ ਤਾਂ ਅਸੀਂ ਮਾਫੀ ਮੰਗਦੇ ਹਾਂ। ਮਾਫੀ ਕੋਈ ਦੇ ਦੂਗਾ ਜਦੋਂ ਤੇ ਲੈ ਲਿਓ, ਫਿਰ ਰਾਜ ਕਰ ਲਿਓ। ਮਾਫੀ ਲਓ ਤੇ ਸਹੀ, ਉਹਦੀ ਕਲੀਨ ਚਿੱਟ ਤੇ ਲਓ। ਮਾਫੀ ਤੁਸੀਂ ਕਿਹਦੇ ਤੋਂ ਮੰਗ ਰਹੇ ਹੋ, ਕਾਹਦੀ ਮੰਗ ਰਹੇ ਹੋ, ਕਲੀਅਰ ਤੇ ਕਰੋ। ਫਿਰ ਕੌਣ ਦੇ ਰਿਹਾ ਤੁਹਾਨੂੰ ਮਾਫੀ? ਇਹ ਤੁਹਾਡੇ ਖਰੀਦੇ ਹੋਏ ਗ੍ਰੰਥੀ ਦੇਣਗੇ? ਤੋ 4 ਦਿਨ ਟਿਕ ਜਾਣਗੇ ਇੱਥੇ ਇਸ ਦੁਨੀਆ 'ਚ? ਕੀ ਰਾਮ ਰਹੀਮ ਦੀ ਜਿਹੜੀ ਕਲੀਨ ਚਿੱਟ ਸੀ ਉਹ ਟਿਕ ਗਈ? ਉਹ ਸਿੰਘ ਸਾਹਿਬ ਟਿਕ ਗਏ? ਬਾਦਲ ਨੂੰ ਉਹਦਾ ਫਾਇਦਾ ਹੋ ਗਿਆ ਤੇ ਇਸ ਮਾਫੀ ਦਾ ਹੋ ਜਾਊਗਾ? ਇੱਦਾਂ ਗੱਲਾਂ ਨਹੀਂ ਬਣਨੀਆਂ। ਇਹਨਾਂ ਨੂੰ ਤੇ ਨੰਗੇ ਹੋ ਕੇ ਮੈਦਾਨ 'ਚ ਆਉਣਾ ਪੈਣਾ। ਤੁਹਾਨੂੰ ਯਾਦ ਹੋਣਾ ਭੁੱਲ ਬਖਸ਼ਾਉਣ ਵਾਸਤੇ ਸੇਵਾ ਵੀ ਕੀਤੀ ਸੀ, ਸੁਖਬੀਰ ਸਿੰਘ ਬਾਦਲ ਵੀ ਨਾਲ ਗਏ ਸੀ। ਉਹ ਉਦੋਂ ਵੀ ਇਹ ਕਹਿ ਰਹੇ ਸੀ ਵੀ ਜੇ ਸਾਡੇ ਕੋਲ ਕੋਈ ਭੁੱਲ ਹੋ ਗਈ ਤਾਂ ਅਸੀਂ ਮਾਫੀ ਚਾਹੁੰਦੇ ਹਾਂ, ਸੇਵਾ ਵੀ ਕਰਕੇ ਆਏ ਸੀ ਜਾ ਕੇ ਉੱਥੇ। ਫਿਰ ਸਵਾਲ ਹੈ ਕਿ ਕਿਹੜੀ ਭੁੱਲ ਹੋਈ ਹੈ? ਇਹੀ ਤਾਂ ਸਵਾਲ ਲੋਕੀ ਪੁੱਛਦੇ ਨੇ ਵੀ ਭੁੱਲ ਤਾਂ ਦੱਸੋ ਕਿਹੜੀ ਹੋਈ? ਮੈਂ ਉਹੀ ਕਹਿੰਦਾ ਵਾਂ ਕਿ ਉਹ ਜਿਹੜੀ ਭੁੱਲ ਬਖਸ਼ਾਉਣ ਗਏ ਸੀ, ਉਹ ਅਰਜੀ ਕਿਹਦੇ ਕੋਲ ਲੈ ਕੇ ਗਏ, ਕਿਹਨੇ ਇਹਨਾਂ ਨੂੰ ਸੇਵਾ ਲਾਈ ਤੇ ਕੀ ਸੇਵਾ ਲਾਈ ਤੇ ਕੀਤੀ ਕਿੱਥੇ? ਇੱਕ ਮੁੰਡਾ ਵਿਚਾਰਾ ਨਵੇਂ ਬੂਟ ਲੈ ਕੇ ਗਿਆ ਸੀ ਚਿੱਟੇ, ਤੇ ਉਹਨੂੰ ਵੀ ਇਹ ਕਾਲੇ ਕਰ ਆਇਆ, ਪਾਲਿਸ਼ ਕਰਨ ਲੱਗਾ। ਹਾਂਜੀ, ਆਪੇ ਹੀ ਸੇਵਾ ਲੈ ਲਈ, ਆਪੇ ਹੁਕਮ ਦੇ ਦਿੱਤਾ, ਆਪੇ ਹੀ ਸੇਵਾ ਕਰ ਲਈ। ਤੇ ਇੱਦਾਂ ਸਿੱਖ ਪੰਥ ਦੀਆਂ ਰਵਾਇਤਾਂ ਨਹੀਂ, ਉਹਨਾਂ ਨਾਲ ਟੁੱਚਾ ਮਜ਼ਾਕ ਆ। ਸਿੱਖ ਪੰਥ ਦੀਆਂ ਰਵਾਇਤਾਂ ਜਿਹੜੀਆਂ ਕਿਸੇ ਨੇ ਜਾਣਨੀਆਂ ਹੋਣ ਤੇ ਮਹਾਰਾਜਾ ਰਣਜੀਤ ਸਿੰਘ ਤੋਂ ਜਾਣੇ।
ਉਦੋਂ ਇਹ ਵੀ ਫਿਰ ਤੁਸੀਂ ਜਿਵੇਂ ਹੁਣ ਕਹਿ ਰਹੇ ਹੋ, ਉਹਨਾਂ ਨੇ ਇੱਕ ਹੋਰ ਵੀ ਸਟੇਟਮੈਂਟ ਦਿੱਤੀ, ਕਹਿੰਦੇ ਵੀ ਸਿੱਖ ਸਾਡੇ ਨਾਲ ਹੈ, ਜੇ ਕੱਲ ਨੂੰ ਚੋਣਾਂ ਹੁੰਦੀਆਂ ਨੇ ਸਾਡੇ ਨਾਲ ਖੜਦੇ ਨੇ ਬੰਦੇ, ਚਾਹੇ ਉਹਨਾਂ ਦੀ ਜ਼ਮਾਨਤਾਂ ਕਿਉਂ ਨਾ ਜ਼ਬਤ ਹੋ ਜਾਂਦੀਆਂ ਹੋਣ। ਤੇ ਨਾਲ ਉਹਨਾਂ ਨੇ ਵੀ ਗੱਲ ਐਡ ਕਰ ਦਿੱਤੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਖਾਲਸਾ ਪੰਥ ਹੈ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਵੀ ਮੰਨਦਾ ਹੈ। ਅਸਲ 'ਚ ਨਾ ਇਸ ਬੰਦੇ ਨੂੰ ਜਾਂ ਇਹਦੇ ਬਾਪ ਨੂੰ ਖਾਲਸਾ ਪੰਥ ਕੀ ਆ ਇਹਦਾ ਗਿਆਨ ਹੀ ਹੈ ਨਹੀਂ। ਇਹ ਕਦੀ ਅਕਾਲੀ ਦਲ ਨੂੰ ਖਾਲਸਾ ਪੰਥ ਕਹਿ ਦਿੰਦੇ, ਕਦੀ ਕਮੇਟੀ ਨੂੰ ਖਾਲਸਾ ਪੰਥ ਕਹਿ ਦਿੰਦੇ ਨੇ, ਕਦੀ ਆਪਣੀਆਂ ਵੋਟਾਂ ਨੂੰ ਖਾਲਸਾ ਪੰਥ ਕਹਿ ਦਿੰਦੇ ਨੇ। ਇਹ ਦਸਮ ਪਾਤਸ਼ਾਹ ਦੀ ਰੂਹ ਨੂੰ ਪੁੱਛੋ ਖਾਲਸਾ ਪੰਥ ਕੀ ਆ। ਇਹ ਭਾਈ ਜੈਤਾ ਜੀ ਵਰਗਿਆਂ ਦੀ ਸਿੱਖਾਂ ਦੀ ਰੂਹ ਨੂੰ ਪੁੱਛੋ ਖਾਲਸਾ ਪੰਥ ਕੀ ਆ। ਇਹ ਪੰਜਾਂ ਪਿਆਰਿਆਂ ਦੀ ਰੂਹ ਨੂੰ ਪੁੱਛੋ ਜਿਨ੍ਹਾਂ ਨੇ ਸਿਰ ਦੇ ਕੇ ਤੇ ਇਹ ਸੰਸਥਾ ਲਈ ਤੇ ਉਹਦੇ ਤੇ ਗੁਰੂ ਨੂੰ ਵੀ ਹੁਕਮ ਕਰਨ ਦਾ ਬਲ ਬਖਸ਼ਿਆ ਪਰਮਾਤਮਾ ਨੇ। ਤੇ ਇੱਕ ਗੁਰੂ ਸਾਹਿਬ ਆਪ, ਗੁਰੂ ਗੋਬਿੰਦ ਸਿੰਘ ਜੀ ਆਪ ਇਹ ਪੰਜਾਂ ਪਿਆਰਿਆਂ ਨੂੰ ਖਿਤਾਬ ਦੇਣ, ਗੁਰੂ ਖਾਲਸਾ ਨਾਮ ਧਰਾਇਆ। फिर क्या तुम मेरे मैं तुमरा हुआ, तुमरा हमरा गुरु न दुआ, जग में हो पखंड अनेका, जो मम सिख न माने एका, टामन कर कोई भीतन चावे, तो भी मम सिखन नहीं पावे, जेह बिद पौल गुरदई तेह बिद तिन स्यों लीन, आप तिनका चेला भया इउं सतगुरु कीन। गुरु साहब ने इस तरह किया, आप उन्हां दा चेला बनया ते उन्हां नूं अपना बनाया ते नाले हुक्म दिता कि तुमरा हमरा गुरु न दुआ। ਇਹਨੂੰ ਸਮਕਾਲੀ ਕਵੀ ਨੇ ਕਿਹਾ, ਵਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਹੁਣ ਇਹਦੇ ਬਾਦਲ ਨੇ, ਇਹਦੇ ਬਾਪ ਨੇ ਅੰਮ੍ਰਿਤਪਾਨ ਨਹੀਂ ਕੀਤਾ, ਜੇ ਕੀਤਾ ਤੇ ਭੰਗ ਕਰਤਾ, ਘਰ ਵਾਲੀ ਨੇ ਛਕਿਆ ਹੀ ਨਹੀਂ। ਸੁਖਬੀਰ ਨੇ ਆਪ ਕੀਤਾ ਤੇ ਭੰਗ ਕਰਤਾ, ਘਰ ਵਾਲੀ ਨੇ ਛਕਿਆ ਹੀ ਨਹੀਂ। ਤੇ ਇਹ ਨੌਕਰ ਬਣਾਉਣ ਡਏ ਨੇ ਪੰਜਾਂ ਪਿਆਰਿਆਂ ਨੂੰ, ਜਿਨ੍ਹਾਂ ਨੂੰ ਗੁਰੂ ਖਾਲਸਾ ਕਹਿ ਕੇ ਨਵਾਜਣ ਡਏ ਨੇ ਦਸਮ ਪਾਤਸ਼ਾਹ। ਇਹਨੂੰ ਕੀ ਪਤਾ ਖਾਲਸਾ ਪੰਥ ਕੌਣ ਹੁੰਦਾ। ਇਹ ਸਾਡੇ ਨਾਲ ਮਜ਼ਾਕ ਕਰ ਰਿਹਾ, ਸਾਡੇ ਤੋਂ ਸੁਣਿਆ ਨਹੀਂ ਜਾਂਦਾ। ਇਹ ਕੌਮ ਨਾਲ ਧਰੋਹ ਕਰ ਰਹੇ ਨੇ ਪਿਓ ਪੁੱਤਰ ਮਿਲ ਕੇ, ਕਿਉਂਕਿ ਇਹਨਾਂ ਦਾ ਕਬਜ਼ਾ ਅਕਾਲ ਤਖਤ ਤੇ ਪ੍ਰਬੰਧਕ ਕਮੇਟੀ ਤੇ ਇਹਨਾਂ ਦਾ ਕਬਜ਼ਾ ਹੈ ਤੇ ਕਰਵਾਇਆ ਸੈਂਟਰ ਸਰਕਾਰ ਨੇ। ਨਹੀਂ ਤੇ ਪਿਓ ਦਾ ਪੁੱਤ ਦੱਸੇ 12 ਸਾਲ ਤੋਂ ਕਿਹੜੇ ਇਲੈਕਸ਼ਨ ਹੋਏ ਨੇ ਤੇ ਕਿੰਨੇ ਇਹਨਾਂ ਨੂੰ ਜਿੱਤ ਬਖਸ਼ੀ ਤੇ ਕਿਹੜੀਆਂ ਵੋਟਾਂ ਨਾਲ ਇਹ ਹਾਊਸ ਬਣਾ ਕੇ ਬੈਠੇ ਨੇ। ਇਹਨੂੰ ਹਾਈ ਕੋਰਟ ਰੱਦ ਕਰ ਚੁੱਕਾ, ਸੁਪਰੀਮ ਕੋਰਟ ਨੇ ਸਟੇ ਨਹੀਂ ਦਿੱਤੀ। ਤੇ ਇਹ ਅੱਜ ਇਹਨੂੰ ਮੰਨਦਾ ਨਹੀਂ ਗਾ, ਇਹਨੂੰ ਮੰਨਣਾ ਨਹੀਂ ਚਾਹੀਦਾ ਕਿ ਇਹ ਜਿਹੜੀ ਪ੍ਰਬੰਧਕ ਕਮੇਟੀ ਚਲਾ ਰਿਹਾ, ਇਹ ਸੈਂਟਰ ਸਰਕਾਰ ਦੀ ਹੋਮ ਮਿਨਿਸਟਰੀ ਨੇ ਇਹਨੂੰ ਗਿਫਟ ਦਿੱਤੀ ਹੈ। ਉਹ ਤਾਂ ਕਹਿੰਦੇ ਨੇ ਕਮੇਟੀ ਨੇ ਕੰਮ ਕੀਤੇ ਨੇ, ਨਿੰਦਣ ਵਾਲੇ ਨਿੰਦੀ ਜਾਂਦੇ ਨੇ ਕਮੇਟੀ ਦੇ ਕੰਮਾਂ ਨਹੀਂ। ਜਿਹੜੇ ਕੰਮ ਕੀਤੇ ਨੇ ਉਹ ਇਹ ਕੀਤੇ ਨੇ ਕਿ ਕਾਲਜ ਸਾਰੇ ਬੰਦ ਪਏ ਨੇ। ਇੱਕ ਪ੍ਰੋਫੈਸਰ ਦੀ 27 ਲੱਖ ਰੁਪਏ ਜਮ੍ਹਾਂ ਹੋਈ ਪਈ ਆ ਤਨਖਾਹ, ਉਹ ਦਿੱਤੀ ਨਹੀਂ ਜਾ ਰਹੀ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਬੰਦ ਪਿਆ। ਮਾਤਾ ਗੰਗਾ ਕੋਈ ਵੀ ਕਾਲਜ, ਇਹ ਸੁਖਬੀਰ ਬਾਦਲ ਨਾ ਲਵੇ ਜਿਹੜਾ ਕਾਲਜ ਚੱਲਦਾ। ਨਹੀਂ ਤੇ ਦੂਸਰੀਆਂ ਸ਼੍ਰੇਣੀਆਂ 'ਚ ਈਸਾਈ ਭਾਈਚਾਰੇ 'ਚੋਂ, ਹਿੰਦੂ ਭਾਈਚਾਰੇ 'ਚੋਂ ਗੌਰਮੈਂਟ ਦਾ ਦੱਸੇ ਕਿਹੜਾ ਕਾਲਜ ਬੰਦ ਹੋਇਆ। ਦੂਸਰਾ, ਅੱਜ ਵੀ ਇਹ ਮੁਲਾਜ਼ਮਾਂ ਨੂੰ ਧੱਕੇ ਨਾਲ ਕਹਿ ਰਿਹਾ ਕਿ ਇਹ ਬੀਮਾ ਕਰਾਓ। ਮੁਲਾਜ਼ਮ ਰੋ ਰਹੇ ਨੇ ਕਿ 11,000 ਤੇ ਸਾਡੀ ਤਨਖਾਹ ਤੇ 11,000 ਦਾ ਅਸੀਂ ਬੀਮਾ ਕਰਾ ਕੇ ਰੋਟੀ ਕਿੱਥੋਂ ਖਾਵਾਂਗੇ। ਤੂੰ ਉਹਨਾਂ ਨੂੰ ਧੱਕੇ ਨਾਲ ਕਹਿ ਰਿਹਾ ਕਿ ਨਹੀਂ ਨੌਕਰੀ ਕੱਢਾਂਗੇ। ਜਿਹੜੇ ਲੋਕ ਚੋਣਾਂ ਨਾਲ ਖੜਦੇ ਨੇ, ਜਿਹਨਾਂ ਦੀ ਕਹਿੰਦੇ ਜ਼ਮਾਨਤਾਂ ਵੀ ਜ਼ਬਤ ਹੋਈਆਂ ਨੇ, ਤੇ ਉਹ ਲੋਕ ਸਪੋਰਟ ਕਰਦੇ ਨੇ ਅਕਾਲੀ ਦਲ ਨੂੰ। ਜਦੋਂ 85 ਸੀਟਾਂ ਤੇ ਬਾਦਲ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ, ਇਹ ਘਰ ਛੱਡ ਜਾਂਦੇ ਨੇ, ਇਹ ਇਲੈਕਸ਼ਨ ਨਹੀਂ ਲੜਦੇ। ਇਹ ਜਿਹੜੀ ਇਹ ਬਿਨਾਂ ਮਤਲਬ ਦੀ ਬਕਵਾਸ ਹੈ, ਇਹਦਾ ਕੋਈ ਅਰਥ ਨਹੀਂ ਹੈਗਾ। 20 ਵਾਰੀ ਹਾਰਿਆ, ਇਹਨੇ ਛੱਡ ਦਿੱਤੀ ਰਾਜਨੀਤੀ। ਇਹ ਕਿਉਂ ਨਹੀਂ ਛੱਡਦਾ ਸਾਡਾ ਪਿੱਛਾ। ਇਹਦੇ ਬਾਪ ਨੇ ਜਦੋਂ ਤੋਂ ਸੰਭਾਲਿਆ ਕੌਮ ਨੂੰ, ਉਦੋਂ ਬਾਅਦ 18 ਸਾਲ ਬਾਅਦ ਇੱਕ ਵਾਰੀ ਇਲੈਕਸ਼ਨ ਹੋਏ, 12 ਸਾਲ ਹੁਣ ਹੋ ਗਏ ਨੇ, ਤੇ ਕਿਹੜਾ 100 ਸਾਲ ਦਾ ਇਹਦਾ ਜਿੱਤਦਾ ਰਿਹਾ ਬਾਪੂ। ਇਹਦਾ ਕਿਹਦੀ ਗੱਲ ਕਰਦਾ ਹੈ। ਤੋ ਪ੍ਰਬੰਧਕ ਕਮੇਟੀ ਸਿੱਖਾਂ ਦੀ ਜਿੰਦ ਜਾਨ ਸੀ, ਅਕਾਲੀ ਦਲ ਉਹਦੀ ਸਪੋਰਟ ਲਈ ਸੈਨਾ ਸੀ। ਇਹਨਾਂ ਪਿਓ ਪੁੱਤਾਂ ਨੇ ਆਪਣੇ ਅਕਾਲੀ ਦਲ ਨੂੰ ਦਾ ਦਫ਼ਤਰ ਬਣਾ ਛੱਡੀਏ ਪ੍ਰਬੰਧਕ ਕਮੇਟੀ। ਅਕਾਲ ਤਖਤ ਨੂੰ ਜ਼ੀਰੋ ਕਰਕੇ ਰੱਖ ਦਿੱਤਾ ਇਹਨਾਂ ਨੇ। ਪ੍ਰੀ ਪਲਾਨਡ ਝੂਠ ਬੋਲਦੇ ਆ, ਨੰਗੇ ਚਿੱਟੇ ਝੂਠ ਬੋਲਦੇ ਆ, ਉਹਨੂੰ ਲੋਕੀ ਸਮਝ ਚੁੱਕੇ ਆ। ਹੁਣ ਇਹ ਗੱਲਾਂ ਚੱਲ ਰਹੀਆਂ ਨੇ। ਇੱਕ ਵਾਰੀ ਹਾਰਿਆ, ਇਹਨਾਂ 5 ਸਾਲਾਂ 'ਚ 4 ਇਲੈਕਸ਼ਨਾਂ ਹਾਰ ਚੁੱਕਾ ਹੈ। ਘਰ ਕਿਉਂ ਨਹੀਂ ਬਹਿੰਦਾ ਹੁਣ? ਦੂਜਿਆਂ ਨੂੰ ਕਹੀ ਜਾਂਦਾ ਇਹ ਜ਼ਮਾਨਤਾਂ ਜ਼ਬਤੀਆਂ ਘਰ ਹੁਣ ਪਿਓ ਦਾ ਪੁੱਤਾਂ ਤੇ ਕਰਾ ਇਲੈਕਸ਼ਨ, SGPC ਤੇ ਕਰਾ ਇਲੈਕਸ਼ਨ, ਪਤਾ ਲੱਗ ਜੇ ਤੂੰ ਕਿੱਥੇ ਖੜਾ। ਇਹ ਚਰਚਾ ਜਦੋਂ ਛਿੜਦੀ SGPC ਚੋਣਾਂ ਨੂੰ ਲੈ ਕੇ, ਸੈਂਟਰ ਸਰਕਾਰ ਦੀ ਗੱਲ ਕਰ ਲਈ, ਪਹਿਲਾਂ ਇੱਕ ਵੀ ਚਰਚਾ ਹੋ ਗਈ ਸੀ ਵੀ ਦਫ਼ਤਰ ਦਾਂਗੇ, ਕੈਪਟਨ ਸਾਹਿਬ ਨੇ ਵੀ ਗੱਲ ਕਹਿਤੀ ਸੀ। ਇਹ ਚਲਦੀ ਗੱਲ ਬੰਦ ਕਿਉਂ ਹੋ ਜਾਂਦੀ ਹੈ? ਅਸਲ 'ਚ ਇਲੈਕਸ਼ਨ ਕਮਿਸ਼ਨ ਨਿਯੁਕਤ ਹੋ ਚੁੱਕਾ ਸੀ ਤੇ ਕੈਪਟਨ ਸਾਹਿਬ ਨੇ ਇਹਨੂੰ ਜਗ੍ਹਾ ਨਹੀਂ ਦਿੱਤੀ ਤੇ ਉਸ ਸ਼ਿੱਦਤ ਨਾਲ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਿਹੜੇ ਨਾਲ ਹੋਣਾ ਚਾਹੀਦਾ ਸੀ। ਵਰਨਾ ਇਸ ਇਲੈਕਸ਼ਨ ਤੋਂ ਪਹਿਲਾਂ SGPC ਦੇ ਇਲੈਕਸ਼ਨ ਹੋਣੇ ਚਾਹੀਦੇ ਸੀ।
ਪਰ ਕੈਪਟਨ ਸਾਹਿਬ ਨੂੰ ਉਹਨਾਂ ਦੀ ਹੈਲਪ ਕਰਨ ਕਰਕੇ ਇਹ ਸਿਲਾਜ ਭੁਗਤਣਾ ਪਿਆ। ਪ੍ਰਕਾਸ਼ ਸਿੰਘ ਬਾਦਲ ਦੀ ਸਪੋਰਟ ਤੇ ਜਿਹੜਾ ਵੀ ਆਊਗਾ ਮਰੂਗਾ। ਹੁਣ ਉਹਦੀ ਉਮਰ ਨਹੀਂ ਰਹਿਣੀ, ਉਹ ਖਤਮ ਹੋਊਗਾ। ਇਹੀ ਵਜ੍ਹਾ ਕਿ ਭਾਜਪਾ ਇਹਨੂੰ ਛੱਡ ਗਈ। ਇਹਦਾ ਪਰਛਾਵਾਂ ਵੀ ਇਹਦੇ ਨਾਲ ਨਹੀਂ ਰਹਿਣਾ। ਤੁਸੀਂ ਥੋੜ੍ਹੇ ਦਿਨ ਰੁਕੋ, ਅਸੀਂ 2022 ਦੇ ਇਲੈਕਸ਼ਨਾਂ ਤੋਂ ਬਾਅਦ ਇਹਨੂੰ ਸੁਖਬੀਰ ਨੂੰ ਪੁੱਛਾਂਗੇ ਤੇਰਾ ਪੰਥ ਕਿੱਥੇ ਆ। ਉਹ ਤਾਂ ਕਹਦੇ ਵੀ ਅਸੀਂ ਵੱਡੀ ਜਿੱਤ ਹਾਸਲ ਕਰਾਂਗੇ, ਲੋਕ ਸਾਡੇ ਨਾਲ ਨੇ। ਹਰ ਵਾਰੀ ਕਰਦਾ ਉਹ, ਹਰ ਵਾਰੀ ਕਰਦਾ, ਮੁੜ ਕੇ ਕੱਢ ਕੇ ਤਾਂ ਰੋਂਦਾ। ਇਹਨੂੰ ਦੇਖਿਆ ਨਹੀਂ ਅਸੀਂ। ਇਹਦੇ ਕੋਲ ਪੰਥਕ ਰਵਾਇਤਾਂ ਜਿਹੜੀਆਂ ਉਹ ਸੁਰੱਖਿਅਤ ਨਹੀਂ, ਸਾਡੇ ਸਿਧਾਂਤ ਸੁਰੱਖਿਅਤ ਨਹੀਂ। ਮੈਂ ਸੁਖਬੀਰ ਬਾਦਲ ਨੂੰ ਅੱਜ ਇਹ ਪੁੱਛਦਾ ਵੀ ਤੂੰ ਸਾਨੂੰ ਇਹ ਦੱਸ ਦੇ ਵੀ ਸਾਡੇ ਪੁਰਾਤਨ ਗ੍ਰੰਥ ਕਿਹਨੂੰ ਦਿੱਤੇ ਆ ਤੂੰ, ਤੇ ਕਾਹਦੇ ਲਈ ਦਿੱਤੇ ਆ, ਤੇ ਕਦੋਂ ਵਾਪਸ ਆਉਣਗੇ। ਇਹਦਾ ਤੂੰ ਜਵਾਬ ਕਿਉਂ ਨਹੀਂ ਦੇ ਰਿਹਾ? ਤੇਰਾ ਬਾਪ ਕਿਉਂ ਨਹੀਂ ਜਵਾਬ ਦੇ ਰਿਹਾ? ਬੀਬੀ ਜਗੀਰ ਕੌਰ ਕਿਉਂ ਨਹੀਂ ਜਵਾਬ ਦੇ ਰਹੀ? ਮੱਕੜ ਨੇ ਕਿਉਂ ਨਹੀਂ ਦਿੱਤਾ? ਲੌਂਗੋਵਾਲ ਨੇ ਕਿਉਂ ਨਹੀਂ ਦਿੱਤਾ? ਤੇਰੇ 36 ਦੇ ਕਰੀਬ ਤੇਰੇ ਸੈਕਟਰੀ ਨੇ, ਉਹ ਕਿਉਂ ਨਹੀਂ ਦੇ ਰਹੇ? ਉਹ 'ਚ ਕੌਣ ਗੁਨਾਹਗਾਰ ਹੈ? ਤੂੰ ਚੁੱਪ ਕਿਉਂ ਆ? ਸਾਡੇ ਉਹ ਗ੍ਰੰਥ ਨਾ ਮਿਲੇ ਤੇ ਸਾਡੀ ਹੋਂਦ ਖਤਰੇ 'ਚ ਆ। ਕਿਉਂਕਿ ਇੱਕ ਜਿਹੜੀ ਮਿਲਾਵਟ ਲਈ ਇੱਕ ਤੈਅ ਹੋਈ ਨੀਤੀ, ਇੱਕ ਸਾਡੀ ਹਿਸਟਰੀ 'ਚ ਮਿਲਾਵਟ, ਇੱਕ ਸਾਡੀ ਗੁਰਬਾਣੀ 'ਚ ਮਿਲਾਵਟ, ਇਹ ਏਜੰਸੀਆਂ ਵੱਲੋਂ ਤੈਅਸ਼ੁਦਾ ਨੀਤੀ ਆ। ਇਹ ਹੁਣ ਪ੍ਰਬੰਧਕ ਕਮੇਟੀ ਨੂੰ CBI ਨੇ ਮਾਰਫਤ ਅਦਾਲਤ ਦੀ 90 ਤੋਂ ਪਹਿਲਾਂ 3 ਕਿਸ਼ਤਾਂ 'ਚ ਉਹ ਵਾਪਸ ਕਰ ਦਿੱਤਾ, ਤੇ ਜਿਨ੍ਹਾਂ ਨੂੰ ਕੀਤਾ ਉਹ 'ਚੋਂ ਅਜੇ ਲੋਕ ਜਿਉਂਦੇ ਨੇ, ਉਹਨਾਂ ਦੇ ਰਸੀਵ ਦੇ ਸਾਈਨ ਨੇ। ਉਹ ਕਿਉਂ ਨਹੀਂ ਜਵਾਬ ਦਿੰਦਾ ਕਿੱਥੇ ਗਏ ਨੇ? ਉਹ ਕਿਹੜੇ ਪਿਓ ਨੂੰ ਦਿੱਤੇ ਸਾਨੂੰ ਦੱਸਣ ਸਹੀ। ਸਾਡੀ ਕੌਮ ਦਾ ਇਹਨਾਂ ਪਿਓ ਪੁੱਤਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ। ਮੈਂ ਮੰਨਦਾ ਮੈਂ 2 ਜਾਂ 4 ਸਾਲ ਹੋਰ ਜ਼ਿੰਦਗੀ ਮੇਰੀ, ਪਰ ਸਾਡੀ ਬੱਚੇ ਕੀ ਕਰਨਗੇ? ਗੁਰਬਾਣੀ ਕਿਹੜੀ ਪੜ੍ਹਨਗੇ? ਜਿਹੜੀ ਸੈਂਟਰ ਸਰਕਾਰ ਬਣਾਊਗੀ ਜਾਂ ਕੋਈ ਏਜੰਸੀਆਂ ਬਣਾਉਣਗੀਆਂ? 1 ਜਾਂ 2 ਜਾਂ 10 ਜਾਂ 20 ਗ੍ਰੰਥ ਚੋਰੀ ਹੋ ਸਕਦੇ ਆ, 502 ਨਹੀਂ ਹੋ ਸਕਦੇ। 502 ਹੱਥ ਲਿਖਤ ਗ੍ਰੰਥ, ਬਾਬਾ ਹਰਦਾਸ ਵਾਲੀ ਸੁਨਹਿਰੀ ਪੋਥੀ, ਲੜੀਵਾਰ ਸਰੂਪ, 263 ਸਰੂਪ ਜਿਨ੍ਹਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਚੜ੍ਹੀ ਹੈ, ਹੱਥ ਲਿਖਤ, 2 ਦਸਮ ਗ੍ਰੰਥ, 2 ਜਨਮ ਸਾਖੀਆਂ, 28 ਹੁਕਮਨਾਮੇ ਅਸਲ। ਕੋਰਟ ਪੁੱਛ ਰਿਹਾ, ਹਾਈ ਕੋਰਟ ਪੁੱਛ ਰਿਹਾ, ਤੇ 2019 'ਚ ਐਫੀਡੇਵਿਟ ਦੇ ਰਿਹਾ ਪ੍ਰਧਾਨ ਪ੍ਰਬੰਧਕ ਕਮੇਟੀ ਦਾ ਕਿ ਸਾਡੇ ਕੋਲ ਇਹ ਇੰਨੇ 202 ਗ੍ਰੰਥ ਆਏ ਨੇ ਤੇ ਅਸੀਂ ਲੱਭ ਰਹੇ ਹਾਂ ਕਿੱਥੇ ਕਮੇਟੀ ਬਣਾਈ ਅਸੀਂ। ਲੱਖ ਲਾਂ ਤਾਂ ਤੇਰੀ ਕਮੇਟੀ ਤੇ ਉਹਦੇ ਕਾਜ ਤੇ। ਕਿਹੜਾ ਕਾਜ ਕੀਤਾ ਤੇਰੀ ਕਮੇਟੀ ਨੇ? ਸਾਨੂੰ ਦੱਸ ਤੇ ਸਹੀ। 20 ਅਰਬ ਰੁਪਏ ਦਾ ਸਾਲਾਨਾ ਬਜਟ ਆ ਸਾਡੀ ਕਮੇਟੀ ਦਾ, ਦੇਣ ਡਏ ਲੋਕ, ਤੇ ਬੇੜਾ ਗਰਕ ਤੇ ਤੂੰ ਕਰਨ ਡਿਆ, ਤੇਰਾ ਪਿਓ ਕਰਨ ਡਿਆ, ਜਿਹੜੇ ਖਾਣ ਡਏ ਨੇ ਇਹਨੂੰ। ਕੌਣ ਕਰਨ ਡਿਆ? ਉਹਦਾ ਨਾਂ ਲਓ। ਜਿਹਨੂੰ ਨਿੰਦਕ ਤੁਸੀਂ ਕਹਿੰਦੇ ਹੋ, ਜਿਹਨੂੰ ਤੁਸੀਂ ਕਹਿੰਦੇ ਸਾਨੂੰ ਭੰਡਦੇ ਆ, ਜਿਹਨੂੰ ਕਹਿੰਦੇ ਸਾਡੇ ਇਹਨਾਂ ਡੱਕਾ ਨਹੀਂ ਤੋੜਿਆ, ਉਹਨਾਂ ਦਾ ਨਾਂ ਲਓ। ਤੁਸੀਂ ਕੌਣ ਨੇ ਹੋ? ਤੇ ਨਹੀਂ ਤੇ ਤੁਸੀਂ ਦੱਸੋ ਵੀ ਇਹ 20 ਅਰਬ ਰੁਪਏ ਦਾ ਬਜਟ ਹਰ ਸਾਲ ਜਾਂਦਾ ਕਿੱਥੇ? 100 ਸਾਲ ਤੋਂ ਇਹ ਪੈਸਾ ਗਿਆ ਕਿੱਥੇ? ਅੱਜ ਵੀ ਬੀਬੀ ਜਗੀਰ ਕੌਰ ਕਹਿੰਦੀ 10 ਰੁਪਏ ਮੱਥਾ ਟੇਕਦੇ, 100 ਰੁਪਏ ਦਾ ਖਾ ਆਉਂਦੇ ਆ। ਉਹ ਲੋਕਾਂ ਨੂੰ ਮਿਹਣਾ ਦਿੰਦੀ ਹੈ, ਲੋਕਾਂ ਸਿਰ ਤੇ ਰਾਜ ਕਰਦੇ ਨੇ। ਸਿੱਖ ਪੈਸਾ ਪਾਉਣਾ ਭੁੱਲ ਜਾਣ ਉੱਥੇ ਤੇ ਤਾਂ ਗੱਲ ਕਰ। ਉਹ ਤੇ ਮੀਂਹ ਭਰਾਉਣ ਡਏ ਨੇ ਪੈਸਿਆਂ ਦਾ, ਪਰ ਤੇਰਾ ਬਾਪ ਤੇ ਤੇਰੇ ਸਹੁਰਾ ਪਰਿਵਾਰ ਇੱਥੇ ਅੱਡੀ ਨਹੀਂ ਲੱਗਣ ਦੇਣ ਡਿਆ ਕਿਸੇ ਦੀ। ਖਾ ਗਏ ਲੁੱਟ ਕੇ ਸਾਰੇ ਕੌਮ ਨੂੰ। ਕਿ ਵਾਕਈ ਸਵਾਲ ਕੀਤੇ ਜਾ ਸਕਦੇ ਨੇ, ਤੁਸੀਂ ਵੀ ਸਵਾਲ ਚੁੱਕਦੇ ਹੋ, ਸਵਾਲ ਕਰਦੇ ਹੋ, ਪੁੱਛਦੇ ਹੋ, ਪਰ ਜਦੋਂ ਸਵਾਲ ਬਾਕੀ ਵੀ ਕਰਨ ਜਾਂਦੇ ਨੇ, ਟਾਸਕ ਫੋਰਸ ਨੇ ਵੀ ਹਮਲਾ ਹੋਈ ਸੀ, ਗੱਲਬਾਤ ਝੜਪ ਹੋਈ ਸੀ, ਫਿਰ ਸਵਾਲ ਕਿਉਂ ਨਹੀਂ ਇਹਨਾਂ ਨੂੰ? ਮੈਂ ਕਿਸੇ ਧਰਮ ਉੱਤੇ SGPC ਸਵਾਲ ਨਹੀਂ ਕਰ ਰਿਹਾ, ਜਿਹੜੇ ਚਲਾ ਦੇ ਨੇ ਸਵਾਲ ਉਹਨਾਂ ਨੂੰ ਹੈ। ਭਾਈ ਸਾਹਿਬ ਮੁੱਖ ਦੀ ਗੱਲ ਇਹ ਆ, ਬੱਸ ਖੜੀ ਸੜਕ ਤੇ, ਡਰਾਈਵਰ ਸ਼ਰਾਬੀ ਮਿਲ ਗਿਆ, 60 ਸਵਾਰੀਆਂ ਨੂੰ ਠੋਕ ਦਊਗਾ ਕਿ ਖੱਡ 'ਚ ਸੁੱਟ ਦਊਗਾ। ਜੇ ਬੱਸ ਚੰਗਾ ਡਰਾਈਵਰ ਮਿਲ ਗਿਆ ਤੇ ਉਹ ਬੰਨੇ ਲਾ ਦਊਗਾ। ਬੱਸ ਦਾ ਉਹ 'ਚ ਕੋਈ ਕਸੂਰ ਨਹੀਂ ਹੁੰਦਾ। ਸੰਸਥਾ ਜਿਹੜੀ ਆ ਉਹ ਇੱਕ ਸੰਸਥਾ ਇੰਤਜ਼ਾਮ ਦਾ ਨਾਮ ਆ, ਉਹ ਇੱਕ ਸਿਧਾਂਤ ਦਾ ਨਾਂ ਆ, ਇੱਕ ਸਿਸਟਮ ਦਾ ਨਾਂ ਆ। ਉਹ ਆਪਣੇ ਆਪ ਨਹੀਂ ਚੱਲਦੀ, ਉਹਨੂੰ ਚਲਾਇਆ ਜਾਂਦਾ। ਹੁਣ ਸਿਧਾਂਤ ਸਾਡਾ ਕੋਈ ਹੋਵੇ, ਚਲਾਈ ਜਾਓ ਕਿਸ ਤਰੀਕੇ। ਤੁਸੀਂ ਇੱਕ ਅੱਜ ਦੱਸੋ ਮੈਨੂੰ ਕਿ ਪ੍ਰਬੰਧਕ ਕਮੇਟੀ ਨੇ 12 ਕਰੋੜ ਦਾ ਜਿਹੜਾ ਬਜਟ ਦਾ ਜਿਹੜਾ ਤੁਸੀਂ ਸ਼ਾਮਿਆਨਾ ਬਣਾਇਆ, ਪ੍ਰਬੰਧਕ ਕਮੇਟੀ ਨੇ ਆਪੇ ਦੇ ਦਿੱਤਾ ਸੀ। ਉਹ 'ਚ ਕਿਸੇ ਸਕੱਤਰ ਦੇ ਸਾਈਨ ਨਹੀਂ ਹੋਏ, ਪ੍ਰਧਾਨ ਦੇ ਸਾਈਨ ਨਹੀਂ ਹੋਏ। ਇੱਕ ਕੱਪੜੇ ਦਾ ਸ਼ਾਮਿਆਨਾ ਲਾਇਆ ਤੁਸੀਂ 550 ਸਾਲਾਂ ਤੇ ਸ਼ਤਾਬਦੀ ਤੇ 12 ਕਰੋੜ ਰੁਪਇਆ ਤੁਸੀਂ ਉਹਦਾ ਬਿੱਲ ਤਾਰਿਆ। ਤਾਰਨ ਵਾਲੀ ਕਮੇਟੀ ਆ, ਉਹਦੇ ਅਫਸਰ ਨਹੀਂ, ਉਹਦਾ ਪ੍ਰਧਾਨ ਨਹੀਂ, ਤੇ ਲੈਣ ਵਾਲੀ ਜਿਹੜੀ ਆ ਉਹਦਾ ਮਾਲਕ ਬਾਦਲ ਨਹੀਂ। ਇਹ 'ਚ ਕਮੇਟੀ ਕਿੱਥੋਂ ਆ ਗਈ? ਕਮੇਟੀ ਦਾ ਨਾਂ ਕਿੱਥੋਂ ਆ ਗਿਆ? ਫਿਰ ਉਦੋਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੀਂਹ ਬੜਾ ਆ ਗਿਆ, ਉੱਥੇ 1.5-2 ਫੁੱਟ ਪਾਣੀ ਆ ਗਿਆ।
ਇਹਨਾਂ ਨੇ ਸ਼ਤੀਰੀਆਂ ਰੱਖ ਕੇ ਪਲਾਈਆਂ ਲਾ ਕੇ ਉੱਤੇ ਗੱਦੇ ਰੱਖੇ, ਬੰਦਾ ਨਹੀਂ ਆਇਆ 100 ਬਹਿਣ ਲਈ ਉੱਥੇ। 4 ਕਰੋੜ ਹੋਰ ਬਿੱਲ ਪਾਤਾ ਪਲਾਈਆਂ ਦਾ, ਉਹ ਕਮੇਟੀ ਨੇ ਆਪੇ ਦੇ ਦਿੱਤੇ। ਉਹ ਤਕੜੇ ਹੋ ਕੇ ਬੀਬੀ ਸਿਮਰਤ ਨੇ ਨਹੀਂ ਦਵਾਏ ਪ੍ਰਧਾਨ ਤੇ ਸਕੱਤਰ ਕੋਲ, 4 ਕਰੋੜ ਰੁਪਇਆ ਹੋਰ ਦਿਓ। ਤੇ ਕਮੇਟੀ ਨੂੰ ਕਿਉਂ ਦੋਸ਼ ਦੇਈ ਜਾਂਦੇ ਹੋ? ਕਮੇਟੀ ਨੂੰ ਬਚਾਉਣ ਲਈ ਅਸੀਂ ਮਰਦੇ ਪਏ ਆ। ਕਮੇਟੀ ਨੂੰ ਬਚਾਉਣ ਲਈ 100 ਸਾਲ ਪਹਿਲਾਂ ਪਰਵਾਨਿਆਂ ਨੇ ਆਪਣੀਆਂ ਜ਼ਿੰਦਗੀਆਂ ਲਾ ਕੇ ਦਾਅ ਤੇ ਜ਼ਮੀਨਾਂ ਕੁਰ ਕਰਵਾ ਕੇ ਜੇਲ੍ਹਾਂ ਕੱਟ ਕੇ ਸੰਸਥਾ ਬਣਾਈ ਸੀ। ਇਸ ਕਰਕੇ ਨਹੀਂ ਸੀ ਬਣਾਈ ਵੀ ਇਹ ਪਿਓ ਪੁੱਤ ਆ ਜਾਣਗੇ ਤੇ ਭਣਵਈਆਂ ਨੂੰ ਤੇ ਸਾਲਿਆਂ ਨੂੰ ਰਾਜ ਕਰਾਉਣਗੇ। ਤੇ ਫੋਨ ਕਰਦੇ ਹੋਣਗੇ ਸਿੱਖ ਬਾਹਰੋਂ ਜੇ ਕੋਈ ਸਮੱਸਿਆ ਆਉਂਦੀ ਇਹਨਾਂ ਨੂੰ? ਜੇ ਕੋਈ ਸਮੱਸਿਆ ਆਈ, ਆਪ ਇਹਨੇ ਨਾਂ ਲਿਆ ਕਿ ਫਰਾਂਸ ਦੇ ਵਿੱਚ ਪੱਗ ਦੀ ਸਮੱਸਿਆ ਹੈ, ਤੂੰ ਉਹਦੇ ਵਿੱਚ ਕੀ ਕੀਤਾ ਇਹ ਦੱਸ। ਕਿਰਪਾ ਕਰਕੇ ਇਹ ਦੱਸ ਤੇਰਾ ਉਹਦੇ ਵਿੱਚ ਕੀ ਯੋਗਦਾਨ ਹੈ, ਤੇ ਉਹ ਸਮੱਸਿਆ ਹੱਲ ਹੋ ਗਈ? ਕਹਿ ਕੁਛ, ਕੀ ਕਹਿਣਾ ਤੂੰ? ਝੂਠ ਹੀ ਮਾਰੀ ਜਾਂਦਾ, ਕਾਂ ਦੇ ਸਿਰ ਜਿੰਨੀ ਖਾ ਲੈਂਦਾ ਅਫੀਮ, ਤੇ ਇਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਕਹੀ ਜਾਂਦੇ। ਝੂਠ ਹੀ ਬੋਲੀ ਜਾਂਦਾ, ਕੌਮ ਨੂੰ ਗੁੰਮਰਾਹ ਕਰੀ ਜਾਂਦਾ। ਜੇ 3 ਸੀਟਾਂ ਤੇ ਆ ਗਏ ਸੀ ਲੋਕ। ਕਮੇਟੀਆਂ ਖਾਣ ਡਿਆ ਇਸ ਵੇਲੇ, ਪਟਨਾ ਸਾਹਿਬ ਦੀ, ਦਿੱਲੀ ਦੀ ਤੇ ਇੱਥੋਂ ਦੀ। ਇਹ 3 ਕਮੇਟੀਆਂ ਨੂੰ ਚੱਟਣ ਡਿਆ ਲੂਣ ਲਾ ਲਾ ਕੇ। ਸਾਡੀ ਕੌਮ ਰੁੜ ਗਈ, ਸਾਡੀ ਕੌਮ ਦੇ ਬੱਚੇ ਜਿਹੜੇ ਰੁੜ ਗਏ, ਉਹਨਾਂ ਦੀ ਐਜੂਕੇਸ਼ਨ ਖਤਮ ਹੋ ਗਈ। ਬਸ ਇਸ ਪਰਿਵਾਰ ਨੂੰ ਪ੍ਰਫੁੱਲਤ ਕਰਤਾ ਕਮੇਟੀਆਂ ਨੇ, ਇਹ ਕੌਮ ਰੁੜ ਗਈ। ਲੱਗਦਾ ਵੀ ਹੁਣ ਲੋਕ ਸਵਾਲ ਕਰਦੇ ਨੇ, ਲੋਕ ਸਮਝ ਗਏ ਨੇ ਇਹ ਸਾਰੀ ਚੀਜ਼ਾਂ ਨੂੰ। ਤੁਸੀਂ ਵੀ ਬੋਲਦੇ ਹੋ ਸਮਾਂ ਆ ਗਿਆ, ਇਹਨਾਂ ਨੂੰ ਆਪਣਾ ਬਿਸਤਰਾ ਗੋਲ ਕਰਨਾ ਪੈਣਾ, ਸਮਾਂ ਆ ਗਿਆ। ਤੁਸੀਂ ਸਾਰੀ ਗੱਲ ਸੁਣੀਏ। ਸਾਡੇ ਨਾਲ ਮੌਜੂਦ ਸਨ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ। ਇੰਟਰੋ ਕਰਨ ਦਾ ਮਕਸਦ ਇਹੀ ਸੀ ਕਿ 100 ਸਾਲਾ ਸ਼ਤਾਬਦੀ ਮਨਾਈ ਗਈ ਸੀ SGPC ਦੀ। ਉਸ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਟੇਜ ਤੋਂ ਕਈ ਗੱਲਾਂ ਕਹੀਆਂ। ਉਸ ਸਵਾਲ ਨੂੰ ਲੈ ਕੇ ਇਹਨਾਂ ਨੂੰ ਸਵਾਲ ਕੀਤੇ ਗਏ, ਜਵਾਬ ਤੁਸੀਂ ਸੁਣ ਲੈਣੇ। ਕੋਈ ਵੀ ਸੰਸਥਾ ਮਾੜੀ ਨਹੀਂ ਹੁੰਦੀ, ਜਿਹੜੇ ਚਲਾ ਰਹੇ ਹੁੰਦੇ ਨੇ ਉਹਨਾਂ ਦੇ ਸਵਾਲ ਕਰਨਾ ਹੁੰਦਾ। ਤੁਸੀਂ ਸਵਾਲ ਕਰਿਆ ਕਰੋ, ਕੋਈ ਲੀਡਰ ਆਵੇ, ਕੋਈ ਵੀ ਹੋਰ ਸ਼ਖਸ ਤੁਹਾਨੂੰ ਆ ਕੇ ਸਮਝਾਵੇ, ਉਹਨਾਂ ਨੂੰ ਵੀ ਸਵਾਲ ਕਰਿਆ ਕਰੋ ਵੀ ਤੁਸੀਂ ਸਾਡੇ ਲਈ ਕੀਤਾ ਕੀ ਹੈ। 2 ਗੱਲਾਂ ਯਾਦ ਰੱਖਿਆ ਜੇ, ਅੱਜ ਵੀ ਨੌਜਵਾਨ ਲੜਦੇ ਨੇ ਨੌਕਰੀਆਂ ਪਿੱਛੇ, ਚੌਰਾਹੇ ਤੇ ਬੈਠੇ ਨੇ ਹੱਥ 'ਚ ਡਿਗਰੀਆਂ ਫੜ ਕੇ ਵੀ ਸਾਨੂੰ ਨੌਕਰੀਆਂ ਦਿਓ। ਦੂਸਰੇ ਪਾਸੇ ਤੁਸੀਂ ਧਾਰਮਿਕ ਰੰਗ ਵਿੱਚ ਕੋਈ ਵੀ ਵਿਅਕਤੀ, ਚਾਹੇ ਸਿਆਸੀ ਪਾਰਟੀ ਦਾ, ਜੋ ਰੰਗ ਕੇ ਤੁਹਾਡੇ ਕੋਲ ਵੋਟ ਮੰਗਦਾ, ਸਵਾਲ ਉਸ ਨੂੰ ਵੀ ਕਰੋ, ਨਹੀਂ ਤਾਂ ਵਾਰੀ ਕੱਲ੍ਹ ਨੂੰ ਤੁਹਾਡੀ ਵੀ ਆ ਜਾਣੀ ਹੈ।